ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬ੍ਰਿਟਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ। ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਅਤੇ ਵੇਚੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਹੁਣ 에ਅਰਪੋਰਟ ਤੇ ਬੈਗ 'ਚੋਂ ਫੋਨ, ਚਾਰਜਰ ਤੇ ਲੈਪਟਾਪ ਕੱਢਣ ਦੀ ਨਹੀਂ ਹੋਵੇਗੀ ਲੋੜ, ਬਦਲਣ ਜਾ ਰਹੇ ਨੇ ਨਿਯਮ। ਕੈਨੇਡਾ ਦੇ ਵਿੱਚ ਭਾਰੀ ਬਰਫ਼ਬਾਰੀ ਕਾਰਨ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ। ਵੈਨਕੂਵਰ ਹਵਾਈ ਅੱਡਾ ਲਗਭਗ ਹੋਇਆ ਬੰਦ। ontario ਦੇ ਕਈ ਹਿੱਸਿਆਂ 'ਚ ਪਈ 6 ਤੋਂ 8 ਇੰਚ ਤੱਕ ਬਰਫ਼। ਆਸਟ੍ਰੇਲੀਆ ਵੱਲੋਂ ਨੌਜਵਾਨ ਭਾਰਤੀਆਂ ਦੇ ਲਈ ਨਵੇਂ ਬੈਕਪੈਕਰ ਵੀਜ਼ਾ ਦੀ ਸ਼ੁਰੂਆਤ। ਫਿਨਲੈਂਡ ਨੇ ਪ੍ਰਵਾਸੀਆਂ ਲਈ ਬਣਾਈ ਵਿਸ਼ੇਸ਼ ਯੋਜਨਾ। ਭਾਰਤੀ ਕਾਮਿਆਂ ਤੇ ਨਰਸਾਂ ਨੂੰ ਹੋਵੇਗਾ ਵੱਡਾ ਫਾਇਦਾ। ਅਮਰੀਕਾ ਪਹੁੰਚੇ ਜ਼ੈਲੈਂਸਕੀ ਦਾ ਵੱਡਾ ਬਿਆਨ, ਕਿਹਾ ਯੁੱਧ ਖਤਮ ਕਰਨ ਦੇ ਲਈ ਨਹੀਂ ਹੋਏਗਾ ਕੋਈ ਸਮਝੌਤਾ। ਅਮਰੀਕਾ 'ਚ ਜੋ ਬਾਈਡਨ ਪ੍ਰਸ਼ਾਸਨ ਨੂੰ ਰਾਹਤ। ਟਿਊਨੀਸ਼ੀਅਨ ਗਾਰਡਾਂ ਨੇ ਬਚਾਈ 1200 ਪ੍ਰਵਾਸੀਆਂ ਦੀ ਜਾਨ। ਅਮਰੀਕਾ ਦੇ ਵਿੱਚ ਆਏ ਉੱਤਰੀ ਕੈਲੀਫੋਰਨੀਆ ਦੇ ਜ਼ਬਰਦਸਤ ਭੂਚਾਲ ਵਿੱਚ ਹੋਈਆਂ 2 ਮੌਤਾਂ। ਅਮਰੀਕਾ ਦੇ ਵਿਦੇਸ਼ ਮੰਤਰੀ ਬਲਿੰਕਨ ਦੀ ਤਾਲਿਬਾਨ ਨੂੰ ਚੇਤਾਵਨੀ, ਔਰਤਾਂ ਦੀ ਸਿੱਖਿਆ ਤੇ ਪਾਬੰਦੀ ਦਾ ਭੁਗਤਣਾ ਪਵੇਗਾ ਨਤੀਜਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ, ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਹਵਾਈ ਅੱਡੇ ਤੇ ਸਕਰੀਨਿੰਗ ਤੋਂ ਪਹਿਲਾਂ ਬੈਗ 'ਚੋਂ ਲੈਪਟਾਪ, ਮੋਬਾਈਲ ਫੋਨ ਤੇ ਚਾਰਜਰਾਂ ਨੂੰ ਉਤਾਰਨ ਅਤੇ ਰੱਖਣ ਕਾਰਨ ਹਵਾਈ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਨੇ ਤੇ ਇਸ ਵਿੱਚ ਕਾਫੀ ਸਮਾਂ ਬਰਬਾਦ ਹੁੰਦਾ ਹੈ। ਪਰ ਹੁਣ ਅਜਿਹਾ ਨਹੀਂ ਹੋਏਗਾ, ਕਿਉਂਕਿ ਜਲਦੀ ਨਵੇਂ ਸਕੈਨਰ ਹਵਾਈ ਅੱਡਿਆਂ ਤੇ ਲਗਾਏ ਜਾਣਗੇ, ਜਿਸ ਦੇ ਨਾਲ ਯਾਤਰੀ ਆਪਣੇ ਬੈਗ 'ਚੋਂ ਲੈਪਟਾਪ ਕੱਢੇ ਬਿਨਾਂ ਹੀ ਅੰਦਰ ਜਾ ਸਕਣਗੇ। ਗੌਰਤਲਬ ਹੈ ਕਿ ਹੁਣ ਤੱਕ ਲੈਪਟਾਪ ਨੂੰ ਬੈਗ 'ਚੋਂ ਕੱਢ ਕੇ ਐਕਸ-ਰੇ ਮਸ਼ੀਨ ਦਾ ਰੱਖਣਾ ਪੈਂਦਾ ਸੀ, ਪਰ ਦਾਅਵਾ ਕੀਤਾ ਜਾ ਰਿਹਾ ਕਿ ਨਵੀਂ ਸਕਰੀਨਿੰਗ ਮਸ਼ੀਨ ਆਉਣ ਦੇ ਨਾਲ ਜਾਂਚ ਲਈ ਬੈਗ 'ਚੋਂ ਲੈਪਟਾਪ ਕੱਢਣ ਦੀ ਲੋੜ ਨਹੀਂ ਪਏਗੀ। ਅੰਗਰੇਜ਼ੀ ਅਖਬਾਰ ਦਾ ਹਿੰਦੂ ਦੀ ਰਿਪੋਰਟ ਦੇ ਮੁਤਾਬਕ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਦੇ ਲਈ ਜ਼ਿੰਮੇਵਾਰ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ 1 ਮਹੀਨੇ ਦੇ ਅੰਦਰ ਤਕਨੀਕੀ ਮਾਪਦੰਡ ਜਾਰੀ ਕਰੇਗਾ, ਜਿਸ ਤੋਂ ਬਾਅਦ ਹਵਾਈ ਅੱਡੇ ਤੇ ਬਿਨਾਂ ਬੈਗ ਦੀ ਸਕਰੀਨਿੰਗ ਕਰਨ ਦੇ ਲਈ ਆਧੁਨਿਕ ਤਕਨੀਕ ਹੋਏਗੀ। ਯਾਤਰੀਆਂ ਦੇ ਇਲੈਕਟ੍ਰੋਨਿਕ ਉਪਕਰਨਾਂ ਨੂੰ ਹਟਾ ਕੇ ਮਸ਼ੀਨਾਂ ਲਗਾਈਆਂ ਜਾਣਗੀਆਂ। ਤੁਹਾਨੂੰ ਦੱਸ ਦਈਏ ਕਿ ਅਮਰੀਕਾ ਅਤੇ ਯੂਰਪ ਦੇ ਕਈ ਹਵਾਈ ਅੱਡਿਆਂ ਤੇ ਇਸ ਤਕਨੀਕ ਦੀ ਪਹਿਲਾਂ ਹੀ ਵਰਤੋਂ ਕੀਤੀ ਜਾ ਰਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵੀਆਂ ਮਸ਼ੀਨਾਂ ਸਭ ਤੋਂ ਪਹਿਲਾਂ ਦਿੱਲੀ, ਬੰਬਈ, ਬੈਂਗਲੁਰੂ ਅਤੇ ਹੈਦਰਾਬਾਦ ਵਰਗੇ ਵੱਡੇ ਹਵਾਈ ਅੱਡਿਆਂ ਤੇ ਲਗਾਈਆਂ ਜਾਣਗੀਆਂ ਤੇ 1 ਸਾਲ ਦੇ ਅੰਦਰ ਦੂਜੇ ਹਵਾਈ ਅੱਡਿਆਂ ਤੱਕ ਪਹੁੰਚ ਜਾਣਗੀਆਂ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਦੀ ਭਾਰੀ ਭੀੜ ਅਤੇ ਹਫੜਾ ਦਫੜੀ ਦੀਆਂ ਖਬਰਾਂ ਆਈਆਂ, ਜਿਸ ਕਾਰਨ ਲੋਕਾਂ ਨੂੰ ਫਲਾਈਟ ਫੜਨ ਦੇ ਲਈ ਘੰਟਿਆਂ ਬੱਧੀ ਲਾਈਨ ਵਿੱਚ ਖੜਾ ਹੋਣਾ ਪਿਆ। ਹਵਾਈ ਅੱਡੇ ਦੇ ਮੁੱਖ ਪ੍ਰਵੇਸ਼ ਦੁਆਰ ਤੋਂ ਲੈ ਕੇ ਚੈੱਕ-ਇਨ ਅਤੇ ਸੁਰੱਖਿਆ ਜਾਂਚ ਤੋਂ ਬਾਅਦ ਜਹਾਜ਼ ਵਿੱਚ ਚੜ੍ਹਨ ਤੱਕ ਕਾਫੀ ਮੁਸ਼ੱਕਤ ਕਰਨੀ ਪਈ। ਇਸ ਤੇ ਸੋਸ਼ਲ ਮੀਡੀਆ ਅਤੇ ਮੀਡੀਆ ਰਿਪੋਰਟਾਂ ਤੇ ਯਾਤਰੀਆਂ ਦੇ ਗੁੱਸੇ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਹਵਾਈ ਅੱਡੇ ਤੇ ਸਹੂਲਤਾਂ ਵਧਾਉਣ ਦੀ ਪਹਿਲ ਕੀਤੀ ਹੈ। ਤੁਹਾਨੂੰ ਇੱਥੇ ਇਹ ਵੀ ਦੱਸ ਦਿੰਦੇ ਹਾਂ ਕਿ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯਾਤਰੀਆਂ ਦੀ ਭਾਰੀ ਭੀੜ ਅਤੇ ਹਫੜਾ ਦਫੜੀ ਦੀ ਖਬਰ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧਿਆ ਨੇ ਹਵਾਈ ਅੱਡੇ ਦਾ ਦੌਰਾ ਕੀਤਾ ਅਤੇ ਕਿਹਾ ਕਿ ਹੁਣ ਟਰਮੀਨਲ 3 ਵਿੱਚ ਹੋਰ ਐਕਸ-ਰੇ ਮਸ਼ੀਨਾਂ ਅਤੇ ਸਟਾਫ ਲਗਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੰਬਈ ਅਤੇ ਬੈਂਗਲੁਰੂ ਸਮੇਤ ਹੋਰ ਹਵਾਈ ਅੱਡਿਆਂ ਤੇ ਵਾਧੂ ਉਪਾਅ ਵੀ ਕੀਤੇ ਜਾ ਰਹੇ ਨੇ। ਕੈਨੇਡਾ ਦੇ ਕਈ ਹਿੱਸਿਆਂ ਵਿੱਚ ਹੋਈ ਜ਼ੋਰਦਾਰ ਬਰਫ਼ਬਾਰੀ ਨੇ ਹਵਾਈ ਉਡਾਣਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ontario ਦੇ ਕਈ ਹਿੱਸਿਆਂ ਵਿੱਚ 6 ਤੋਂ 8 ਇੰਚ ਤੱਕ ਬਰਫ਼ ਪੈਣ ਦੀਆਂ ਸੂਚਨਾਵਾਂ ਮਿਲੀਆਂ। ਵੈਨਕੂਵਰ ਹਵਾਈ ਅੱਡਾ, ਜਿੱਥੇ ਹਰ ਰੋਜ਼ ਕਰੀਬ 450 ਉਡਾਣਾਂ ਆਉਂਦੀਆਂ ਜਾਂਦੀਆਂ ਨੇ, ਦੀ ਸਥਿਤੀ ਕਰੀਬ ਬੰਦ ਵਰਗੀ ਹੋਈ ਪਈ ਹੈ। ਕੁਝ ਕੁ ਛੋਟੇ ਜਹਾਜ਼ ਹੀ ਉਡਾਣ ਭਰ ਰਹੇ ਨੇ। ਉਤਰਨ ਵਾਲੀਆਂ ਬਹੁਤੀਆਂ ਉਡਾਣਾਂ ਨੂੰ ਚੱਲਣ ਵਾਲੀਆਂ ਥਾਵਾਂ ਤੇ ਰੋਕ ਦਿੱਤਾ ਗਿਆ ਹੈ। ਪਰ ਇਸ ਤੋਂ ਪਹਿਲਾਂ ਜਿਹੜੇ ਜਹਾਜ਼ ਉਡਾਰੀ ਭਰ ਚੁੱਕੇ ਸਨ, ਉਹਨਾਂ ਨੂੰ ਨੇੜਲੇ ਪਰ ਸੁਰੱਖਿਅਤ ਹਵਾਈ ਅੱਡਿਆਂ ਵੱਲ ਮੋੜਿਆ ਜਾ ਰਿਹਾ। ਬਹੁਤਾ ਮਾੜਾ ਹਾਲ ਉਹਨਾਂ ਉਡਾਣਾਂ ਦੇ ਮੁਸਾਫਰਾਂ ਦਾ ਹੈ ਜੋ ਚਾਈਨਾ, ਜਾਪਾਨ, ਵੀਅਤਨਾਮ, ਕੋਰੀਆ ਜਾਂ ਸਿੰਗਾਪੁਰ ਤੋਂ ਉੱਡ ਚੁੱਕੇ ਨੇ ਤੇ 10 ਤੋਂ 12 ਘੰਟਿਆਂ ਵਿੱਚ ਪ੍ਰਸ਼ਾਂਤ ਮਹਾਸਾਗਰ ਪਾਰ ਕਰਕੇ ਕੈਨੇਡਾ ਦੇ ਉੱਪਰ ਸਨ। ਵੈਨਕੂਵਰ ਤੋਂ ਫਲਾਈਟ ਲੈਣ ਵਾਲੇ ਹਜ਼ਾਰਾਂ ਯਾਤਰੀ ਉੱਥੇ ਫਸੇ ਹੋਏ ਨੇ ਤੇ ਭੀੜ ਕਾਰਨ ਉਹਨਾਂ ਦੀ ਜ਼ਰੂਰੀ ਲੋੜਾਂ ਦੀ ਪੂਰਤੀ ਮੁਹਾਲ ਹੋਈ ਪਈ ਹੈ। ਔਰ ਹਵਾਈ ਅੱਡਾ ਅਧਿਕਾਰੀਆਂ ਦੇ ਅਨੁਸਾਰ ਰਨਵੇ ਸਾਫ਼ ਕਰਵਾਉਣ ਦੇ ਲਈ ਸਾਰੀਆਂ ਮਸ਼ੀਨਾਂ ਕੰਮ ਤੇ ਲੱਗੀਆਂ ਹੋਈਆਂ ਨੇ, ਪਰ ਨਾਲੋਂ ਨਾਲ ਪੈ ਰਹੀ ਬਰਫ਼ ਕਾਰਨ ਸਫਾਈ ਵਿੱਚ ਵਿਘਨ ਪੈ ਰਿਹਾ। ਬਰਫ਼ ਪਿਘਲਾਉਣ, ਨਮਕ ਦੀ ਘਾਟ ਵੀ ਮਹਿਸੂਸ ਹੋ ਰਹੀ ਹੈ।
ਅਧਿਕਾਰੀਆਂ ਦੇ ਅਨੁਸਾਰ ਸਥਿਤੀ ਆਮ ਵਰਗੀਕਰਨ ਵਿੱਚ ਕਈ ਘੰਟੇ ਹੋਰ ਲੱਗ ਜਾਣਗੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਬਰਫ਼ਬਾਰੀ ਕਾਰਨ ਇਸ ਹਵਾਈ ਅੱਡੇ ਦੀ ਅਜਿਹੀ ਹਾਲਤ ਦਾ ਇਹ ਰਿਕਾਰਡ ਹੈ। ਬ੍ਰਿਟਿਸ਼ ਕੋਲੰਬੀਆ ਦੀਆਂ ਬਹੁਤੀਆਂ ਮੁੱਖ ਸੜਕਾਂ ਨੂੰ ਆਵਾਜਾਈ ਯੋਗ ਬਣਾਉਣ ਦੇ ਲਈ ਪ੍ਰਸ਼ਾਸਨ ਲਗਾਤਾਰ ਯਤਨਸ਼ੀਲ ਹੈ। ਲੋਕ ਘਰਾਂ ਦੇ ਅੰਦਰ ਹੀ ਰਹਿਣ ਦੇ ਲਈ ਮਜਬੂਰ ਨੇ। ਬਿਨਾਂ ਛੱਤ ਕੀਤੇ ਜਾਣ ਵਾਲੇ ਕੰਮ ਠੱਪ ਹੋ ਕੇ ਰਹਿ ਗਏ ਨੇ। ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਹੋਏ ਆਰਥਿਕ ਸਹਿਯੋਗ ਅਤੇ ਵਪਾਰਕ ਸਮਝੌਤੇ ਤਹਿਤ ਹੁਣ 18 ਤੋਂ 30 ਸਾਲ ਦੀ ਉਮਰ ਦੇ ਯੋਗ ਨੌਜਵਾਨ ਭਾਰਤੀਆਂ ਨੂੰ ਨਵੇਂ ਵਰਕਿੰਗ ਹੌਲੀਡੇ ਪ੍ਰੋਗਰਾਮ ਤਹਿਤ 1 ਸਾਲ ਦਾ ਵੀਜ਼ਾ ਦਿੱਤਾ ਜਾਏਗਾ। ਇਸ ਵਿੱਚ ਹਰ ਸਾਲ 1000 ਸੀਟਾਂ ਰੱਖੀਆਂ ਗਈਆਂ ਨੇ ਅਤੇ ਇਹ 29 ਦਸੰਬਰ ਤੋਂ ਲਾਗੂ ਹੋ ਜਾਏਗਾ। ਇਮੀਗ੍ਰੇਸ਼ਨ ਵਿਭਾਗ ਦੇ ਅਨੁਸਾਰ ਇਸ ਸਮਝੌਤੇ ਦੇ ਲਾਗੂ ਹੋਣ ਤੋਂ 2 ਸਾਲਾਂ ਦੇ ਅੰਦਰ ਵਰਕ ਅਤੇ ਹੌਲੀਡੇ ਵੀਜ਼ੇ ਲਾਗੂ ਹੋ ਜਾਣਗੇ। ਇਸ ਨਾਲ ਦੋਵੇਂ ਪਾਸੇ ਮੁਫਤ ਵਪਾਰ ਦਾ ਰਾਹ ਪੱਧਰਾ ਹੋ ਜਾਏਗਾ। ਗ੍ਰਹਿ ਵਿਭਾਗ ਦੇ ਮੁਤਾਬਕ ਆਸਟ੍ਰੇਲੀਆ ਮੌਜੂਦਾ ਸਮੇਂ ਵਿੱਚ 47 ਦੇਸ਼ਾਂ ਨਾਲ ਵਰਕਿੰਗ ਹੌਲੀਡੇ ਮੇਕਰ ਪ੍ਰੋਗਰਾਮ ਚਲਾ ਰਿਹਾ। ਸਰਕਾਰ ਕੋਵਿਡ-19 ਮਹਾਮਾਰੀ ਦੇ ਸਮੇਂ ਤੋਂ ਦੇਸ਼ ਦੀ ਆਰਥਿਕ ਮਜ਼ਬੂਤੀ ਦੇ ਲਈ ਵਰਕਿੰਗ ਹੌਲੀਡੇ ਮੇਕਰ ਪ੍ਰੋਗਰਾਮ ਨੂੰ ਪਹਿਲ ਦੇ ਰਹੀ ਹੈ। ਇਸ ਪ੍ਰੋਗਰਾਮ ਦੇ ਵਿੱਚ ਵਰਕਿੰਗ ਹੌਲੀਡੇ ਵੀਜ਼ਾ ਅਤੇ ਵਰਕ ਐਂਡ ਹੌਲੀਡੇ ਵੀਜ਼ਾ ਸ਼ਾਮਲ ਨੇ। ਵੀਜ਼ਾ ਮਾਹਿਰ ਮੰਨਦੇ ਨੇ ਕਿ ਭਾਰਤੀ ਬੈਕਪੈਕਰ ਵਰਕ ਐਂਡ ਹੌਲੀਡੇ ਵੀਜ਼ਾ ਦੇ ਵਿੱਚ ਵਧੇਰੇ ਰੁਚੀ ਲੈਣਗੇ, ਪਰ ਬਿਨੇਕਾਰਾਂ ਦੇ ਲਈ ਵੀਜ਼ਾ ਸ਼ਰਤਾਂ ਵਿੱਚ ਅੰਗਰੇਜ਼ੀ ਭਾਸ਼ਾ ਦਾ ਗਿਆਨ ਅਤੇ ਨਿੱਜੀ ਸਹਾਇਤਾ ਲਈ ਲੋੜੀਂਦੇ ਫੰਡ ਦੀ ਲੋੜ ਸ਼ਾਮਲ ਹੈ। ਜਨਵਰੀ ਤੋਂ 31 ਅਕਤੂਬਰ 2022 ਦੇ ਦੌਰਾਨ 1,43,637 ਵਰਕਿੰਗ ਹੌਲੀਡੇ ਮੇਕਰ ਵੀਜ਼ਾ ਅਰਜ਼ੀਆਂ ਦਾਖਲ ਹੋਈਆਂ ਨੇ। ਹੁਨਰਮੰਦ ਕਾਮਿਆਂ ਦੀ ਭਾਰੀ ਕਮੀ ਨਾਲ ਜੂਝ ਰਹੇ ਯੂਰਪੀ ਦੇਸ਼ ਫਿਨਲੈਂਡ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ 2030 ਤੱਕ ਦੇਸ਼ ਵਿੱਚ ਆਉਣ ਵਾਲੇ ਕਾਮੇ ਪ੍ਰਵਾਸੀਆਂ ਦੀ ਗਿਣਤੀ ਦੁੱਗਣੀ ਕਰਨ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੰਟਰਨਸ਼ਿਪ ਦੀ ਗਿਣਤੀ ਨੂੰ 3 ਗੁਣਾ ਕਰਨ ਦੀ ਯੋਜਨਾ ਬਣਾਈ ਹੈ। ਫਿਨਲੈਂਡ ਦੇ ਆਰਥਿਕ ਮਾਮਲਿਆਂ ਅਤੇ ਰੋਜ਼ਗਾਰ ਮੰਤਰੀ ਤੁਲਾ ਹੈਟਨੇਨ ਨੇ ਆਪਣਾ ਭਾਰਤ ਫੇਰੀ ਦੌਰਾਨ ਕਿਹਾ ਕਿ ਉਹਨਾਂ ਦਾ ਦੇਸ਼ ਭਾਰਤੀ ਕਾਮਿਆਂ ਲਈ ਢੁਕਵੀਂ ਥਾਂ ਹੈ। ਵਿਦੇਸ਼ ਮੰਤਰੀ ਵੀ ਮੁਰਲੀਧਰਨ ਨਾਲ ਪ੍ਰਵਾਸ ਅਤੇ ਗਤੀਸ਼ੀਲਤਾ ਤੇ ਇੱਕ ਸੰਯੁਕਤ ਘੋਸ਼ਣਾ ਪੱਤਰ ਤੇ ਹਸਤਾਖਰ ਕਰਦੇ ਹੋਏ ਹੈਟਨੇਨ ਨੇ ਕਿਹਾ ਕਿ ਫਿਨਲੈਂਡ ਟੈਕਨੋਲੋਜੀ ਅਤੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਅਤੇ ਨਰਸਿੰਗ ਦੇ ਖੇਤਰਾਂ ਵਿੱਚ ਭਾਰਤੀ ਕਾਮਿਆਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ। ਹਾਲਾਂਕਿ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪ੍ਰਵਾਸੀਆਂ ਦੇ ਲਈ ਰਾਹ ਆਸਾਨ ਬਣਾਉਣ ਦੀ ਉਮੀਦ ਕਰਦੀ ਹੈ, ਪਰ ਨਾਗਰਿਕਤਾ ਦਾ ਰਸਤਾ ਫਿਲਹਾਲ ਉਪਲਬਧ ਨਹੀਂ ਹੋ ਸਕਦਾ। ਹੈਟਨੇਨ ਨੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਭਾਰਤ ਕੋਲ ਬਹੁਤ ਸਾਰੇ ਪ੍ਰਤਿਭਾਸ਼ਾਲੀ ਪੇਸ਼ੇਵਰ ਨੇ ਜਿਨ੍ਹਾਂ ਦੀ ਸਾਨੂੰ ਫਿਨਲੈਂਡ ਵਿੱਚ ਲੋੜ ਹੈ। ਸਾਨੂੰ ਵਧੇਰੇ ਕਾਰਜਬਲ, ਪ੍ਰਤਿਭਾ, ਪੇਸ਼ੇਵਰ ਅਤੇ ਹੁਨਰਮੰਦ ਲੋਕਾਂ ਦੀ ਲੋੜ ਹੈ। ਜੇਕਰ ਉਹ ਫਿਨਲੈਂਡ ਆਉਣਾ ਚਾਹੁੰਦੇ ਨੇ ਤਾਂ ਇਹ ਦੋਵਾਂ ਪੱਖਾਂ ਲਈ ਇੱਕ ਚੰਗਾ ਮੌਕਾ ਹੈ। ਇਸ ਸੰਦਰਭ ਦੇ ਵਿੱਚ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਵਿਦਿਆਰਥੀਆਂ, ਵਿਦਵਾਨਾਂ, ਖੋਜਕਰਤਾਵਾਂ, ਵਪਾਰੀਆਂ ਅਤੇ ਪੇਸ਼ੇਵਰਾਂ ਦੀ ਗਤੀਸ਼ੀਲਤਾ ਨੂੰ ਸੁਵਿਧਾਜਨਕ ਬਣਾਉਣ ਅਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਮੁਕਾਬਲਾ ਕਰਨ ਦੇ ਇਰਾਦੇ ਦੇ ਨਾਲ ਸਾਂਝੇ ਘੋਸ਼ਣਾ ਪੱਤਰ ਤੇ ਪਿਛਲੇ ਹਫ਼ਤੇ ਹਸਤਾਖਰ ਕੀਤੇ ਗਏ ਸਨ। ਭਾਰਤ ਨੇ ਹਾਲ ਹੀ ਵਿੱਚ ਇਸ ਸਾਲ ਜਰਮਨੀ ਅਤੇ ਯੂਨਾਈਟਿਡ ਕਿੰਗਡਮ ਨਾਲ ਇਸੇ ਤਰ੍ਹਾਂ ਦੇ ਸਮਝੌਤਿਆਂ ਤੇ ਹਸਤਾਖਰ ਕੀਤੇ। ਹੁਨਰਮੰਦ ਭਾਰਤੀ ਮਜ਼ਦੂਰਾਂ ਵਿੱਚ ਦਿਲਚਸਪੀ ਯੂਰਪ ਭਰ ਵਿੱਚ ਮਜ਼ਦੂਰਾਂ ਦੀ ਗੰਭੀਰ ਘਾਟ ਦੇ ਦੌਰਾਨ ਆਈ ਹੈ, ਕਿਉਂਕਿ ਕਾਰੋਬਾਰ ਪਿਛਲੇ 2 ਸਾਲਾਂ ਵਿੱਚ ਕੋਵਿਡ ਦੇ ਨੁਕਸਾਨ ਅਤੇ ਸਰਹੱਦ ਬੰਦ ਹੋਣ ਤੇ ਉਭਰਿਆ। ਫਿਨਲੈਂਡ ਖਾਸ ਤੌਰ ਤੇ ਲਗਭਗ 5.5 ਮਿਲੀਅਨ ਵਸਨੀਕਾਂ ਦਾ ਦੇਸ਼ ਹੈ, ਜਿਸ ਦੇ ਕਾਰਜਬਲ ਲਗਭਗ 2.5 ਮਿਲੀਅਨ ਹੈ ਅਤੇ ਸੇਵਾ ਮੁਕਤ ਲੋਕਾਂ ਦੀ ਗਿਣਤੀ ਵਧ ਰਹੀ ਹੈ। ਅਮਰੀਕਾ ਦੇ ਦੌਰੇ ਤੇ ਆਏ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਰੂਸ ਨਾਲ ਜੰਗ ਨੂੰ ਖਤਮ ਕਰਨ ਦੇ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਉਸਨੇ ਰੂਸ ਦੇ ਹਮਲੇ ਦਾ ਮੁਕਾਬਲਾ ਕਰਨ ਵਿੱਚ ਲਗਾਤਾਰ ਸਮਰਥਨ ਦੇ ਲਈ ਅਮਰੀਕੀ ਨੇਤਾਵਾਂ ਅਤੇ ਜਨਤਾ ਦਾ ਧੰਨਵਾਦ ਵੀ ਕੀਤਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਕਾਂਗਰਸ ਨੇ ਯੂਕਰੇਨ ਨੂੰ ਅਰਬਾਂ ਡਾਲਰ ਦੀ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਯੂਕਰੇਨ ਨੂੰ ਸ਼ਾਂਤੀ ਲਈ ਮਦਦ ਕਰਨ ਦਾ ਵਾਅਦਾ ਕੀਤਾ। ਦੌਰੇ ਤੋਂ ਕੁਝ ਸਮਾਂ ਪਹਿਲਾਂ ਅਮਰੀਕਾ ਨੇ ਯੂਕਰੇਨ ਨੂੰ $1.85 ਮਿਲੀਅਨ ਦੀ ਫੌਜੀ ਸਹਾਇਤਾ ਦਾ ਐਲਾਨ ਕੀਤਾ ਸੀ। ਇਸ ਫੌਜੀ ਸਹਾਇਤਾ ਤਹਿਤ ਪੈਟਰੀਅਟ ਮਿਜ਼ਾਈਲ ਬੈਟਰੀ ਭੇਜਣ ਦਾ ਵੀ ਐਲਾਨ ਕੀਤਾ ਗਿਆ। ਵਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਜ਼ੈਲੈਂਸਕੀ ਦਾ ਸਵਾਗਤ ਕਰਦੇ ਹੋਏ ਬਾਈਡਨ ਨੇ ਕਿਹਾ ਕਿ ਅਮਰੀਕਾ ਤੇ ਯੂਕਰੇਨ ਰੱਖਿਆ ਵਿੱਚ ਏਕਤਾ ਦਿਖਾਉਣਾ ਜਾਰੀ ਰੱਖਣਗੇ, ਕਿਉਂਕਿ ਰੂਸ ਨੇ ਇੱਕ ਰਾਸ਼ਟਰ ਵਜੋਂ ਯੂਕਰੇਨ ਦੇ ਹੋਂਦ ਦੇ ਅਧਿਕਾਰ ਤੇ ਬੇਰਹਿਮੀ ਨਾਲ ਹਮਲਾ ਕੀਤਾ। ਇਸ ਸਾਲ ਫਰਵਰੀ ਦੇ ਅਖੀਰ ਵਿੱਚ ਰੂਸ ਵੱਲੋਂ ਯੂਕਰੇਨ ਤੇ ਹਮਲਾ ਕਰਨ ਤੋਂ ਬਾਅਦ ਜ਼ੈਲੈਂਸਕੀ ਪਹਿਲੀ ਵਾਰ ਦੇਸ਼ ਤੋਂ ਬਾਹਰ ਨਿਕਲੇ ਨੇ। ਜ਼ੈਲੈਂਸਕੀ ਨੇ ਕਿਹਾ ਕਿ ਉਹ ਪਹਿਲਾਂ ਵੀ ਦੌਰਾ ਕਰਨਾ ਚਾਹੁੰਦੇ ਸੀ, ਪਰ ਇਸ ਸਮੇਂ ਉਹਨਾਂ ਦੀ ਫੇਰੀ ਦਰਸਾਉਂਦੀ ਹੈ ਕਿ ਤੁਹਾਡੀ ਮਦਦ ਦੇ ਨਾਲ ਸਥਿਤੀ ਹੁਣ ਕਾਬੂ ਹੇਠ ਹੈ। ਜ਼ੈਲੈਂਸਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਸ਼ਟਰਪਤੀ ਵਜੋਂ ਉਹਨਾਂ ਦੇ ਲਈ ਨਿਆਂਪੂਰਨ ਸ਼ਾਂਤੀ ਜ਼ਰੂਰੀ ਹੈ, ਜਿਸ ਲਈ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਯੁੱਧ ਸਿਰਫ ਉਦੋਂ ਹੀ ਖਤਮ ਹੋਏਗਾ ਜਦੋਂ ਯੂਕਰੇਨ ਦੀ ਪ੍ਰਭੂਸੱਤਾ,
ਸੁਤੰਤਰਤਾ ਤੇ ਖੇਤਰੀ ਅਖੰਡਤਾ ਬਹਾਲ ਹੋ ਜਾਂਦੀ ਹੈ ਤੇ ਨਾਲ ਹੀ ਰੂਸੀ ਹਮਲੇ ਕਾਰਨ ਹੋਏ ਨੁਕਸਾਨ ਲਈ ਮੁਆਵਜ਼ਾ ਮਿਲਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਕਾਂਗਰਸ ਨੂੰ ਸੰਬੋਧਿਤ ਕਰਦੇ ਹੋਏ रूस के बेरहम हमले के खिलाफ अपने देश की रक्षा लिए संयुक्त राज और उसके सहयोगियों का समर्थन बरकरार रखने की सौं खाधी। उन्होंने यूक्रेन का समर्थन करने के लिए हर एक अमेरिकी का धन्यवाद किया। ज़ेलेंस्की ने अगले साल संघर्ष में एक वड्डे मोड़ की भविष्यवाणी करते हुए कहा कि यूक्रेन की हिम्मत और अमेरिका के संकल्प नूं भविष्य में सानू आज़ादी की गारंटी देनी चाहिए है, खास तौर पर उन्होंने जो अपन कदरां कीमतां लई खड़े हुए हैं। इस दौरान रूस के राष्ट्रपति दफ्तर क्रेमलिन ने बुधवार को चेतावनी दी कि यूक्रेन को अमरीकी हथियारों की सप्लाई में वाधा विनाशकारी युद्ध को होर बढ़ा देगा। इस दे नाल ही रूस के रक्षा मंत्री ने देश की फौज में घट्टो घट्ट 5 लाख लोगों की भर्ती करके फौज के विस्तार की मांग की। रूस के राष्ट्रपति व्लादिमीर पुतिन ने अपने चोटी के फौजी अधिकारियों के नाल मुलाकात के दौरान कहा कि साडियां हथियारबंद सेनावां नूं विकसित करन अते साडे सैनिकां दी समर्था नूं वधाउण दे लई संघर्ष विच जो भी वापरिया उस तो सबक सिੱਖਣਗੇ। उन्होंने कहा कि परमाणु बलों के विकास से विशेष जोर दिता जाएगा, जिसनूं उसने रूस की प्रभुसत्ता की मुख गारंटी कहा। रूसी रक्षा मंत्री सरगेई शोइग ने कहा कि रूसी फौज के ठेके ते 6,95,000 सैनिकों को शामिल करेगी, जिन्हां विचों 5,21,000 नूं 2023 के अंत तक भर्ती किया जाना चाहिए है। यूक्रेन विच लड़ाई शुरू होने तो पहला रूसी फौज कोल ठेके ते लगभग 4 लाख सैनिक सन। अमेरिकी संसद विच राष्ट्रपति जो बाइडन की डेमोक्रेटिक पार्टी और विरोधी धिर रिपब्लिकन पार्टी विचाले 1.7 ट्रिलियन डॉलर के पैकेज से सहमति बन गई। इस फंड की वरतों सितंबर 2023 तक की जा सकेगी। जेकर ये सहमति ना बनती तो अमेरिका विच आर्थिक शटडाउन का खतरा पैदा हो सकता सी। ट्यूनीशिया के मरीन गार्ड ने पिछले 48 घंटिया देश के पूर्वी तट से तैरते हुए लगभग 1200 प्रवासियों को बचाया। ये जानकारी ट्यूनीशिया नैशनल गार्ड ने दी है। ट्यूनीशिया के नैशनल गार्ड के बुलारे हाउस ए मेदीन जबली ने बुधवार को एक बयान में कहा है कि गैर कानूनी प्रवास दी 49 कोशिशों को असफल करने तो बाद सोमवार तो मंगलवार और मंगलवार तो बुधवार दी 2 रातों दौरान बचाव कार्य चलाया गया। उन्होंने अगे कहा कि 215 ट्यूनीशियन नागरिकों और 977 विदेशी नागरिकों को इटली जाते समय बचाया गया। उत्तरी कैलीफोर्निया में 6.4 तीव्रता के नाल आए जबरदस्त भूचाल कारण घट्टो घट्ट 2 मौतों की खबर आई है तो 12 तो बाद लोग जख्मी हुए ने। उक्त जानकारी दिंदियां स्थानक अधिकारियों ने कहा कि गिणती बढ़ भी सकती है। सैन फ्रांसिस्को तो तकरीबन 250 मील दूर उत्तर विच हम्बोल्डट काउंटी के आस-पास भूचाल ने बुनियादी ढांचे को भारी नुकसान पहुंचाया सी अते हज़ारां घरां ते कारोबारी अदारियां की बिजली गुल हो गई सी। यूएस जियोलॉजिकल सर्वेखण के अनुसार भूचाल तड़कसार 2:34 ते आया सी, जिसका केंद्र बिंदु फर्नडेल अते पच्छम विच तकरीबन 7.5 मील दूर प्रशांत महासागर रहा सी, जिसकी डूंघाई 16 मील तो वध रही सी। यह शहर कैलीफोर्निया ते ओरेगॉन स्टेट लाइन के नेड़े यूरेका के दक्षिण विच तकरीबन 19 मील की दूरी पर स्थित है। फर्नडेल विच एक पुल नूं पुजे नुकसान कारण उसनूं बंद कर दिता गया सी। जियोलॉजिकल सर्वे ने चेतावनी दी है कि छोटी तीव्रता वाले होर भूचाल भी आ सकते हैं, जिन्हां की तीव्रता 4 तक हो सकती है। अमेरिका के विदेश मंत्री एंटनी ब्लिंकन ने अफगानिस्तान में औरतों की यूनीवर्सिटी पद्धर की सिक्ख्या ते पाबंदी लगाउण ते तालिबान के फैसले की निंदा की है और चेतावनी दी है कि कट्टरपंथी इस्लामिक शासन नूं नतीजे भुगतने पैणगे। गौरतलब है कि तालिबान सरकार ने औरतों के अधिकारां ते आज़ादियां ते शिकंजा कसते हुए मंगलवार को एक नवे फरमान च कहा कि अफगानिस्तान दीयां प्राइवेट अते पब्लिक यूनीवर्सिटीज़ दे विच विद्यार्थियों ते अगले नोटिस तक तुरंत प्रभाव नाल पाबंदी लगा दी गई है। तालिबान ने पिछले साल अफगानिस्तान की बागडोर संभालण तो बाद नरम रुख अपनाउण दा वादा कीता सी, पर उसके हालिया फैसले ने एक बार फिर इस्लामिक कानून जां शरिया दे सख्त नियम लागू करन दे उसके इरादे नूं स्पष्ट कर दिता। अफगानिस्तान के उच्च सिक्ख्या मंत्री नेदा मोहम्मद नदीम वल्लों सारियां सरकारी अते प्राइवेट यूनीवर्सिटीज़ नूं एक पत्र जारी किया गया। इस चिट्ठी ते नदीम ते दस्तखत भी ने। ब्लिंकन ने मंगलवार को कहा कि महिलावां दी यूनीवर्सिटी पद्धर की सिक्ख्या ते पाबंदी लगाउण
ਲੜਕੀਆਂ ਦੇ ਲਈ ਸੈਕੰਡਰੀ ਸਕੂਲਾਂ ਨੂੰ ਬੰਦ ਕਰਨ ਅਤੇ ਅਫਗਾਨਿਸਤਾਨ 'ਚ ਔਰਤਾਂ ਅਤੇ ਲੜਕੀਆਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀ ਦੀ ਵਰਤੋਂ ਕਰਨ ਤੋਂ ਰੋਕਣ ਤੇ ਤਾਲਿਬਾਨ ਦੇ ਅਸਵੀਕਾਰ ਕਰਨਯੋਗ ਫੈਸਲਿਆਂ ਦੀ ਸੰਯੁਕਤ ਰਾਜ ਨੇ ਨਿੰਦਾ ਕੀਤੀ ਹੈ। ਦੇਸ਼ ਭਰ ਵਿੱਚ ਵੱਡੀ ਗਿਣਤੀ 'ਚ ਵਿਦਿਆਰਥਣਾਂ ਦੇ ਯੂਨੀਵਰਸਿਟੀ ਦਾਖਲਾ ਇਮਤਿਹਾਨਾਂ 'ਚ ਸ਼ਾਮਲ ਹੋਣ ਤੋਂ ਤਕਰੀਬਨ 3 ਮਹੀਨੇ ਬਾਅਦ ਆਈ ਹੈ। ਬਲਿੰਕਨ ਨੇ ਚੇਤਾਵਨੀ ਦਿੱਤੀ, ਸਿੱਖਿਆ, ਮਨੁੱਖੀ ਅਧਿਕਾਰ ਇਹ ਅਫਗਾਨਿਸਤਾਨ ਦੇ ਆਰਥਿਕ ਵਿਕਾਸ ਅਤੇ ਇਸ ਦੀ ਸਥਿਰਤਾ ਦੇ ਲਈ ਵੀ ਜ਼ਰੂਰੀ ਨੇ। ਇਹ ਕਦਮ ਦੇਸ਼ ਵਿੱਚ ਮਨੁੱਖੀ ਸੰਕਟ ਦੇ ਵਿਚਾਰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਨ ਦੇ ਲਈ ਤਾਲਿਬਾਨ ਦੇ ਯਤਨਾਂ ਨੂੰ ਨੁਕਸਾਨ ਪਹੁੰਚਾਉਣ ਨਾਲ ਲਗਭਗ ਤੈਅ ਹੈ। ਬਲਿੰਕਨ ਨੇ ਕਿਹਾ ਕਿ ਦੁਨੀਆ 'ਚ ਕੋਈ ਵੀ ਦੇਸ਼ ਔਰਤਾਂ ਅਤੇ ਲੜਕੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦਾ। ਅਮਰੀਕਾ ਨੇ ਅਫਗਾਨਿਸਤਾਨ ਵਿੱਚ ਔਰਤਾਂ ਦੇ ਲਈ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਦੇ ਫੈਸਲੇ ਦੀ ਨਿੰਦਾ ਕੀਤੀ। ਵਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਮਹਿਲਾ ਬੁਲਾਰਾ ਐਡਰੀਅਨ ਵਾਟਸਨ ਨੇ ਮੰਗਲਵਾਰ ਨੂੰ ਕਿਹਾ, ਅਮਰੀਕਾ ਅਫਗਾਨਿਸਤਾਨ ਦੀਆਂ ਔਰਤਾਂ ਨੂੰ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਰੋਕਣ ਦੇ ਲਈ ਤਾਲਿਬਾਨ ਦੇ ਫੈਸਲੇ ਦੀ ਨਿੰਦਾ ਕਰਦਾ ਹੈ। ਉਹਨਾਂ ਨੇ ਕਿਹਾ ਕਿ ਇੱਕ ਨਿੰਦਣਯੋਗ ਫੈਸਲਾ ਹੈ ਅਤੇ ਤਾਲਿਬਾਨ ਲੀਡਰਸ਼ਿਪ ਵੱਲੋਂ ਅਫਗਾਨਿਸਤਾਨ ਵਿੱਚ ਔਰਤਾਂ ਅਤੇ ਲੜਕੀਆਂ ਤੇ ਵਾਧੂ ਪਾਬੰਦੀ ਲਗਾਉਣ ਅਤੇ ਉਹਨਾਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀ ਦਾ ਇਸਤੇਮਾਲ ਕਰਨ ਤੋਂ ਰੋਕਣ ਦੀ ਨਵੀਂ ਕੋਸ਼ਿਸ਼ ਹੈ। ਵਾਟਸਨ ਨੇ ਕਿਹਾ ਕਿ ਅਫਗਾਨਿਸਤਾਨ ਦੇ ਇਸ ਅਸਵੀਕਾਰ ਕਰਨਯੋਗ ਰੁਖ ਦੇ ਨਾਲ ਤਾਲਿਬਾਨ ਅੰਤਰਰਾਸ਼ਟਰੀ ਪੱਧਰ ਤੇ ਹੋਰ ਅਲੱਗ-ਥਲੱਗ ਪੈ ਜਾਏਗਾ ਅਤੇ ਜੋ ਜ਼ਾਇਤਾ ਉਹ ਹਾਸਲ ਕਰਨਾ ਚਾਹੁੰਦਾ ਹੈ ਉਸ ਤੋਂ ਵੀ ਵਾਂਝਾ ਹੋ ਜਾਏਗਾ। ਉਹਨਾਂ ਨੇ ਇੱਕ ਬਿਆਨ 'ਚ ਕਿਹਾ ਕਿ ਅਮਰੀਕਾ ਇਸ ਮੁੱਦੇ ਤੇ ਆਪਣੇ ਭਾਈਵਾਲਾਂ ਨਾਲ ਅਤੇ ਸਹਿਯੋਗੀਆਂ ਦੇ ਨਾਲ ਨਜ਼ਦੀਕੀ ਸੰਪਰਕ 'ਚ ਹੈ। ਅਸੀਂ ਅਫਗਾਨਿਸਤਾਨ ਦੀਆਂ ਔਰਤਾਂ ਅਤੇ ਲੜਕੀਆਂ ਦਾ ਸਮਰਥਨ ਕਰਨ ਅਤੇ ਅਫਗਾਨਿਸਤਾਨ ਦੇ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਦੀਆਂ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਦੇ ਲਈ ਕਦਮ ਚੁੱਕਣਾ ਜਾਰੀ ਰੱਖਾਂਗੇ। ਅਮਰੀਕਾ ਦੇ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਭਾਰਤ ਖਿਲਾਫ ਚੀਨ ਦਾ ਹਮਲਾਵਰ ਰੁਖ ਭਾਰਤ ਅਮਰੀਕਾ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੰਦਾ ਹੈ। ਇੰਡੀਆ ਕਾਕਸ ਦੇ ਕੋ-ਚੇਅਰਮੈਨਾਂ ਨੇ ਜਾਰੀ ਇੱਕ ਬਿਆਨ 'ਚ ਕਿਹਾ, ਅਰੁਣਾਚਲ ਪ੍ਰਦੇਸ਼ ਵਿੱਚ ਹਾਲ ਹੀ 'ਚ ਚੀਨ ਦਾ ਹਮਲਾਵਰ ਰੁਖ ਇਸ ਗੱਲ ਦਾ ਇੱਕ ਵਾਰ ਫਿਰ ਯਾਦ ਦਿਵਾਉਂਦਾ ਹੈ ਕਿ ਭਾਰਤ ਨਾਲ ਮਜ਼ਬੂਤ ਸੁਰੱਖਿਆ ਸਾਂਝੇਦਾਰੀ ਅਮਰੀਕਾ ਅਤੇ ਸਾਡੇ ਸਹਿਯੋਗੀਆਂ ਦੀ ਕੌਮੀ ਸੁਰੱਖਿਆ ਲਈ ਅਹਿਮ ਕਿਉਂ ਹੈ। ਕੋ-ਚੇਅਰਮੈਨਾਂ ਨੇ ਕਿਹਾ ਕਿ ਇਹ ਘਟਨਾ ਭਾਰਤੀ ਖੇਤਰ ਵਿੱਚ ਇੱਕ ਵਾਰ ਫਿਰ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਖਤਰੇ ਦਾ ਸੰਕੇਤ ਹੈ। 2020 ਵਿੱਚ ਅਸਲ ਕੰਟਰੋਲ ਰੇਖਾ ਤੇ ਚੀਨ ਦੇ ਪਹਿਲਾਂ ਤੋਂ ਨਿਰਧਾਰਤ ਹਮਲਾਵਰ ਰੁਖ ਕਾਰਨ ਲਗਭਗ 20 ਭਾਰਤੀ ਸੈਨਿਕ ਸ਼ਹੀਦ ਹੋ ਗਏ ਸਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇੰਡੀਆ ਕਾਕਸ ਦੇ ਕੋ-ਚੇਅਰਮੈਨਾਂ ਦੇ ਰੂਪ ਵਿੱਚ ਅਸੀਂ ਅਮਰੀਕਾ ਭਾਰਤ ਦੁਵੱਲੇ ਸੰਬੰਧਾਂ ਨੂੰ ਡੂੰਘਾ ਕਰਨ ਦੇ ਲਈ ਸਾਲਾਂ ਤੱਕ ਕੰਮ ਕੀਤਾ। ਪ੍ਰਤੀਨਿਧ ਸਭਾ ਵੱਲੋਂ ਪਾਸ 2023 ਐਨਡੀਏ ਵਿੱਚ ਖੰਨਾ ਸ਼ਰਮਨ ਸ਼ਵਿਕਰਟ ਸੋਧ ਨੂੰ ਸ਼ਾਮਲ ਕਰਕੇ ਇੰਡੀਆ ਕਾਕਸ ਨੇ ਇਸ ਦਿਸ਼ਾ ਵਿੱਚ ਪ੍ਰਗਤੀ ਕੀਤੀ ਹੈ ਜਿਸ ਵਿੱਚ ਭਾਰਤ ਨੂੰ ਚੀਨ ਕਾਰਨ ਦਰਪੇਸ਼ ਗੰਭੀਰ ਖੇਤਰੀ ਸਰਹੱਦੀ ਖਤਰਿਆਂ ਦਾ ਚਾਨਣਾ ਪਾਇਆ ਗਿਆ। ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਤੇ ਭਾਰਤ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਲੋਕਤੰਤਰ ਦੇ ਰੂਪ ਵਿੱਚ ਇੱਕ ਵਿਲੱਖਣ ਸੰਬੰਧ ਸਾਂਝਾ ਕਰਦੇ ਨੇ ਅਤੇ ਕਾਕਸ ਦੇ ਕੋ-ਚੇਅਰਮੈਨਾਂ ਦੇ ਰੂਪ ਵਿੱਚ ਅਸੀਂ ਆਪਣੇ ਸੁਰੱਖਿਆ ਸੰਬੰਧਾਂ ਅਤੇ ਦੁਵੱਲੇ ਸੰਬੰਧਾਂ ਨੂੰ ਵਧਾਉਣਾ ਜਾਰੀ ਰੱਖਾਂਗੇ। ਭਾਰਤ ਤੇ ਚੀਨ ਦੇ ਸੈਨਿਕਾਂ ਵਿਚਾਲੇ 9 ਦਸੰਬਰ ਨੂੰ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਦੇ ਯਾਂਗੇਸੇ ਖੇਤਰ 'ਚ ਹਾਲ 'ਚ ਝੜਪ ਹੋਈ ਸੀ। ਕੈਨੇਡਾ ਸਰਕਾਰ ਇਲੈਕਟ੍ਰਿਕ ਗੱਡੀਆਂ ਤੇ ਟਰੱਕ ਦੀ ਵਿਕਰੀ ਲਾਜ਼ਮੀ ਕਰਨ ਤੇ ਵਿਚਾਰ ਕਰ ਰਹੀ ਹੈ। 2026 ਤੋਂ ਮੁਲਕ ਵਿੱਚ ਵਿਕਣ ਵਾਲੀਆਂ ਕਾਰਾਂ, SUV ਅਤੇ ਟਰੱਕ ਦੀ ਕੁੱਲ ਗਿਣਤੀ 5ਵਾਂ ਹਿੱਸਾ ਇਲੈਕਟ੍ਰਿਕ ਹੋਣਾ ਲਾਜ਼ਮੀ ਹੋਏਗਾ ਅਤੇ 2030 ਤੱਕ ਕੈਨੇਡਾ 'ਚ ਹੋਣ ਵਾਲੀਆਂ ਕੁੱਲ ਵਿਕਰੀਆਂ ਦਾ 60% ਹਿੱਸਾ ਇਲੈਕਟ੍ਰੋਨਿਕ ਗੱਡੀਆਂ ਹੋਣਗੀਆਂ। ਕੈਨੇਡਾ ਦੇ ਵੌਨ ਸ਼ਹਿਰ ਵਿੱਚ ਗੋਲੀਬਾਰੀ ਦੌਰਾਨ ਮਾਰੇ ਗਏ 5 ਜਣਿਆਂ ਦੀ ਸ਼ਨਾਖਤ ਜਨਤਕ ਕਰ ਦਿੱਤੀ ਗਈ ਹੈ, ਪਰ ਦੂਜੇ ਪਾਸੇ ਇੱਕ ਹੈਰਾਨਕੁਨ ਖੁਲਾਸਾ ਹੋਇਆ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਗੋਲੀਆਂ ਚਲਾਉਣ ਵਾਲੇ ਨੂੰ ਕਥਿਤ ਤੌਰ ਤੇ ਬਹੁ ਮੰਜ਼ਲਾ ਰਹਾਇਸ਼ੀ ਇਮਾਰਤ ਵਿੱਚੋਂ ਆਪਣਾ ਮਕਾਨ ਵੇਚ ਕੇ ਜਾਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਸੀ ਅਤੇ ਇਸੇ ਕਾਰਨ ਉਹ ਗੁੱਸੇ ਵਿੱਚ ਸੀ। 73 ਸਾਲ ਦੇ ਫ੍ਰਾਂਸਿਸਕੋ ਵਿਲੀ ਦੀ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ੀ ਸੀ, ਪਰ ਇਸ ਤੋਂ ਪਹਿਲਾਂ ਹੀ ਉਸਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਇੱਕ ਹੈਰਾਨਕੁਨ ਘਟਨਾਕ੍ਰਮ ਤਹਿਤ ਟੋਰਾਂਟੋ ਪੁਲਿਸ ਵੱਲੋਂ 13 ਸਾਲਾਂ ਤੋਂ 16 ਸਾਲ ਉਮਰ ਵਾਲੀਆਂ 8 ਲੜਕੀਆਂ ਨੂੰ ਕਤਲ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਹੈ ਕਿ ਐਤਵਾਰ ਨੂੰ ਟੋਰਾਂਟੋ ਦੇ ਯੂਨੀਵਰਸਿਟੀ ਐਵਨਿਊ ਅਤੇ ਯਾਰਕ ਸਟਰੀਟ ਇਲਾਕੇ ਵਿੱਚ ਇੱਕ ਬੇਘਰ ਸ਼ਖਸ ਦੀ ਹੱਤਿਆ ਕਰ ਦਿੱਤੀ ਗਈ, ਜਿਸ ਦੀ ਪੜਤਾਲ ਕਰਦਿਆਂ ਇਹ ਕਾਰਵਾਈ ਕੀਤੀ ਗਈ। ਪੰਜਾਬ ਲਈ ਕੈਨੇਡਾ ਤੋਂ ਮੁੜ ਮਾੜੀ ਖਬਰ ਸਾਹਮਣੇ ਆ ਰਹੀ ਹੈ। ਦਰਾਹਾ ਦੇ ਨੇੜਲੇ ਪਿੰਡ ਰਾਮਪੁਰ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਭਰਾ ਗੁਰਪ੍ਰੀਤ ਕੋਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਸ ਦਾ ਭਰਾ ਗੁਰਜਿੰਦਰ ਸਿੰਘ ਮੰਗਟ ਉਰਫ ਗੱਗੀ ਪੁੱਤਰ ਕਰਨੈਲ ਸਿੰਘ 2015 'ਚ ਕੈਨੇਡਾ ਦੇ ਸਰੀ ਗਏ ਸੀ।
ਜਿਸ ਦੀ ਪਤਨੀ ਅਤੇ ਉਸ ਦਾ 6 ਸਾਲਾ ਬੇਟਾ ਵੀ ਕੁਝ ਮਹੀਨੇ ਪਹਿਲਾਂ ਉਸ ਕੋਲੋਂ ਕੈਨੇਡਾ ਗਏ ਸਨ। ਗੁਰਜਿੰਦਰ ਸਿੰਘ ਦੀ ਪਿਛਲੇ ਦਿਨੀ ਕੈਨੇਡਾ 'ਚ ਕਾਰ ਚਲਾਉਂਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੁਰਜਿੰਦਰ ਸਿੰਘ ਮੰਗਟ ਦੀ ਮੌਤ ਦੀ ਖਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ 5ਵੇਂ ਵੱਡੇ ਸ਼ਹਿਰ ਐਬਸਟਫੋਰਡ ਨਗਰ ਪਾਲਿਕਾ ਦੀ ਪੰਜਾਬਣ ਕੌਂਸਲਰ ਕੁਲਦੀਪ ਕੌਰ ਕੈਲੀ ਚਾਹਲ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਕੁਲਦੀਪ ਕੌਰ ਪਹਿਲੀ ਪੰਜਾਬਣ ਹੈ ਜਿਹੜੀ ਐਬਸਟਫੋਰਡ ਦੀ ਡਿਪਟੀ ਮੇਅਰ ਬਣੀ ਹੈ। ਜ਼ਿਲ੍ਹਾ ਲੁਧਿਆਣਾ ਦੇ ਮੱਲਾਂਪੁਰ ਦਾਖਲਾ ਨੇੜੇ ਪਿੰਡ ਪੰਡੋਰੀ ਦੀ ਕੁਲਦੀਪ ਕੌਰ ਬੀਤੇ ਅਕਤੂਬਰ ਮਹੀਨੇ ਹੋਈਆਂ ਨਗਰ ਪਾਲਿਕਾ ਦੀਆਂ ਚੋਣਾਂ 'ਚ ਤੀਸਰੀ ਵਾਰ ਇੱਥੋਂ ਦੇ ਕੌਂਸਲਰ ਚੁਣੇ ਗਏ ਸਨ ਔਰ ਉਹਨਾਂ ਦੀ ਨਗਰ ਪਾਲਿਕਾ ਦੇ ਕੁੱਲ 8 ਕੌਂਸਲਰ ਨੇ ਤੇ ਕੁਲਦੀਪ ਕੌਰ 9156 ਵੋਟਾਂ ਲੈ ਕੇ 6ਵੇਂ ਸਥਾਨ ਤੇ ਰਹੇ। ਕੁਲਦੀਪ ਕੌਰ ਚਾਹਲ ਨੇ ਕ੍ਰਿਮੀਨਲ ਜਸਟਿਸ ਵਿਸ਼ੇ ਤੇ ਮਾਸਟਰ ਕੀਤੀ ਹੋਈ ਹੈ। ਭਾਰਤ ਦੀ ਰਾਸ਼ਟਰੀ ਰਾਜਧਾਨੀ ਸਵੇਰੇ ਧੁੰਦ ਦੀ ਲਪੇਟ ਵਿੱਚ ਰਹੀ, ਜਿਸ ਕਾਰਨ ਰੇਲ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ। ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਕਰੀਬ 18 ਰੇਲ ਗੱਡੀਆਂ 1.5 ਤੋਂ 5 ਘੰਟੇ ਦੇਰੀ ਨਾਲ ਚੱਲ ਰਹੀਆਂ ਨੇ। ਦਿੱਲੀ ਹਵਾਈ ਅੱਡੇ ਤੇ ਉਡਾਣਾਂ ਆਮ ਨੇ। ਅਧਿਕਾਰੀ ਮੁਤਾਬਕ ਚੰਡੀਗੜ੍ਹ, ਵਾਰਾਣਸੀ ਅਤੇ ਲਖਨਊ 'ਚ ਖਰਾਬ ਮੌਸਮ ਕਾਰਨ ਮੰਗਲਵਾਰ ਰਾਤ ਨੂੰ 3 ਉਡਾਣਾਂ ਦਿੱਲੀ ਵੱਲ ਮੋੜ ਦਿੱਤੀਆਂ ਗਈਆਂ ਜਾਂ ਉਹਨਾਂ ਦਾ ਰਾਹ ਬਦਲ ਦਿੱਤਾ ਗਿਆ। ਪੰਜਾਬ, ਹਰਿਆਣਾ, ਉੱਤਰ ਪੱਛਮੀ ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਆਸਮਾਨ ਵਿੱਚ ਸੰਘਣੀ ਤੇ ਬਹੁਤ ਸੰਘਣੀ ਧੁੰਦ ਛਾਈ ਰਹੀ। WHO ਯਾਨੀ ਕਿ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਏਜੰਸੀ ਚੀਨ ਵਿੱਚ ਗੰਭੀਰ ਕਰੋਨਾ ਵਾਇਰਸ ਬਿਮਾਰੀ ਦੀਆਂ ਵੱਧ ਰਹੀਆਂ ਰਿਪੋਰਟਾਂ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹੈ। ਚੀਨ ਨੇ ਆਪਣੀ ਜ਼ੀਰੋ ਕੋਵਿਡ ਨੀਤੀ ਨੂੰ ਵੱਡੇ ਪੱਧਰ ਤੇ ਢਿੱਲ ਦਿੱਤੀ, ਜਿਸ ਤੋਂ ਬਾਅਦ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵਧਣ ਲੱਗੇ। ਹਾਲਾਂਕਿ ਚੀਨ ਨੇ ਅਧਿਕਾਰਤ ਤੌਰ ਤੇ ਇਸ ਤੇ ਕੁਝ ਨਹੀਂ ਕਿਹਾ। ਬੁੱਧਵਾਰ ਨੂੰ ਇੱਕ ਪ੍ਰੈਸ ਬਰੀਫਿੰਗ ਦੇ ਵਿੱਚ WHO ਦੇ ਡਾਇਰੈਕਟਰ ਜਨਰਲ ਟੈਡਰੋਸ ਅਡਾਨੋਮ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਚੀਨ ਵਿੱਚ ਕੋਵਿਡ-19 ਦੀ ਗੰਭੀਰਤਾ, ਖਾਸ ਤੌਰ ਤੇ ਹਸਪਤਾਲ ਅਤੇ ਇੰਟੈਂਸਿਵ ਕੇਅਰ ਯੂਨਿਟ ਦੇ ਦਾਖਲਿਆਂ ਬਾਰੇ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ। ਟੈਡਰੋਸ ਨੇ ਕਿਹਾ ਕਿ ਚੀਨ ਵਿੱਚ ਗੰਭੀਰ ਬਿਮਾਰੀਆਂ ਦੀਆਂ ਵੱਧਦੀਆਂ ਰਿਪੋਰਟਾਂ ਨੂੰ ਲੈ ਕੇ WHO ਉਸਨੇ ਕਿਹਾ ਕਿ ਹਾਲਾਂਕਿ ਕੋਵਿਡ ਮੌਤਾਂ 'ਚ ਵਰਲਡ ਪੱਧਰ ਤੇ ਬਾਅਦ ਤੋਂ 90% ਤੋਂ ਵੱਧ ਦੀ ਗਿਰਾਵਟ ਆਈ ਹੈ, ਭਾਰਤ 'ਚ ਵੀ ਵਾਇਰਸ ਬਹੁਤ ਸਾਰੀਆਂ ਅਨਿਸ਼ਚਿਤਤਾਵਾਂ ਨੇ। ਕੁਝ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਵਿੱਚ ਕੋਵਿਡ-19 ਦੇ ਬੇਕਾਬੂ ਫੈਲਣ ਦੇ ਨਾਲ ਨਵੇਂ ਰੂਪ ਹੋ ਸਕਦੇ ਨੇ। ਚੀਨ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਵਿਭਾਗ ਦੇ ਮੁੱਖ ਡਾਕਟਰ ਨੇ ਕਿਹਾ ਹੈ ਕਿ ਕਰੋਨਾ ਵਾਇਰਸ ਦਾ ਤਾਜ਼ਾ ਇਨਫੈਕਸ਼ਨ ਪੂਰੇ ਠੰਡੇ ਮੌਸਮ ਵਿੱਚ ਹੋਏਗਾ। 3 ਮਹੀਨਿਆਂ ਵਿੱਚ ਇਸ ਦੀਆਂ 3 ਲਹਿਰਾਂ ਹੋਣਗੀਆਂ। ਉਹਨਾਂ ਨੇ ਦੱਸਿਆ ਕਿ ਇਸ ਸਮੇਂ ਇਨਫੈਕਸ਼ਨ ਦੀ ਪਹਿਲੀ ਲਹਿਰ ਚੱਲ ਰਹੀ ਹੈ ਜੋ ਜਨਵਰੀ ਦੇ ਅੱਧ ਤੱਕ ਰਹੇਗੀ। ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਦੂਜੀ ਅਤੇ ਤੀਜੀ ਲਹਿਰ ਹੋਏਗੀ, ਪਰ ਉਸਨੇ ਇਹਨਾਂ ਵਿੱਚ ਹੋਈਆਂ ਮੌਤਾਂ ਬਾਰੇ ਕੁਝ ਨਹੀਂ ਕਿਹਾ। ਵੂ ਨੇ ਬੀਜਿੰਗ ਵਿੱਚ ਇੱਕ ਪ੍ਰੈਸ ਕਾਨਫਰੰਸ 'ਚ ਇਹ ਗੱਲ ਕਹੀ ਹੈ। ਤੁਹਾਨੂੰ ਦੱਸ ਦਈਏ ਕਿ ਪੱਛਮੀ ਦੇਸ਼ਾਂ ਦੇ ਮਾਹਰ ਨੇ ਵੀ ਕਿਹਾ ਹੈ ਕਿ ਅਪ੍ਰੈਲ ਵਿੱਚ ਚੀਨ 'ਚ ਕਰੋਨਾ ਸੰਕਰਮਣ ਦਾ ਸਿਖਰ ਪੱਧਰ ਆਏਗਾ। ਨੈਸ਼ਨਲ ਹੈਲਥ ਸਰਵਿਸ ਨਾਲ ਜੁੜੀਆਂ ਲੱਖਾਂ ਨਰਸਾਂ ਨੇ 15 ਦਸੰਬਰ ਨੂੰ ਬ੍ਰਿਟੇਨ ਵਿੱਚ ਹੜਤਾਲ ਕੀਤੀ ਸੀ। NHS ਦੇ ਇਤਿਹਾਸ ਵਿੱਚ ਇਹ ਤੀਬਰਤਾ ਦੀ ਪਹਿਲੀ ਵਾਰ ਹੈ ਔਰ ਇਸ ਵਿੱਚ 3 ਲੱਖ ਨਰਸਾਂ ਕੰਮ ਕਰਦੀਆਂ ਨੇ। ਬਰਤਾਨੀਆ ਦੀ ਨਰਸਿੰਗ ਯੂਨੀਅਨ ਰਾਇਲ ਕਾਲਜ ਆਫ ਨਰਸਿੰਗ ਦੀ ਮੰਗ ਹੈ ਕਿ ਨਰਸਿੰਗ ਸਟਾਫ ਦੀ ਤਨਖਾਹ 'ਚ ਘੱਟੋ-ਘੱਟ 19% ਵਾਧਾ ਕੀਤਾ ਜਾਏ, ਪਰ ਸਰਕਾਰ ਕੇਵਲ 5% ਦੀ ਤਨਖਾਹ ਵਧਾਉਣ ਦੇ ਲਈ ਤਿਆਰ ਹੈ। ਹੁਣ 20 ਦਸੰਬਰ ਨੂੰ ਉਹਨਾਂ ਨੂੰ ਦੁਬਾਰਾ ਹੜਤਾਲ ਕਰਨੀ ਪੈ ਰਹੀ ਹੈ। ਕਿਸੇ ਨਰਸਿੰਗ ਪੇਸ਼ੇਵਰ ਨਾਲ ਅਜਿਹੀ ਪਹਿਲੀ ਵਾਰ ਨਹੀਂ ਹੋ ਰਿਹਾ। ਭਾਰਤ ਵਿੱਚ ਨਰਸਾਂ ਦਿਨ-ਰਾਤ ਕਈ ਘੰਟੇ ਬਿਨਾਂ ਥੱਕੇ, ਬਿਨਾਂ ਰੁਕੇ ਮਰੀਜ਼ਾਂ ਦੀ ਸੇਵਾ ਕਰਦੀਆਂ ਨੇ, ਪਰ ਉਹਨਾਂ ਨੂੰ ਬਹੁਤ ਘੱਟ ਤਨਖਾਹ ਮਿਲਦੀ ਹੈ। ਇਸ ਦੇ ਨਾਲ ਹੀ ਸਮਾਜ ਨਰਸਿੰਗ ਦੇ ਕਿੱਤੇ ਨੂੰ ਭਾਵੇਂ ਨੋਵਲ ਪੇਸ਼ੇ ਵਜੋਂ ਸਮਝਦਾ ਹੈ, ਪਰ ਮਾਪੇ ਆਪਣੇ ਬੱਚਿਆਂ ਨੂੰ ਡਾਕਟਰ ਬਣਾਉਣ ਦਾ ਸੁਪਨਾ ਜ਼ਿਆਦਾ ਦੇਖਦੇ ਨੇ। ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ ਦੀ 24 ਘੰਟੇ ਸੇਵਾ ਕੇਵਲ ਨਰਸ ਕਰਦੀ ਹੈ। ਭਾਰਤ ਅਤੇ ਵਿਦੇਸ਼ਾਂ ਵਿੱਚ ਨਰਸਾਂ ਦੇ ਜੀਵਨ ਵਿੱਚ ਬਹੁਤ ਸਾਰੇ ਅੰਤਰ ਅਤੇ ਸਮਾਨਤਾਵਾਂ ਨੇ, ਇਸ ਲਈ ਵਿਦੇਸ਼ਾਂ ਵਿੱਚ ਭਾਰਤੀ ਨਰਸਾਂ ਦੀ ਬਹੁਤ ਜ਼ਿਆਦਾ ਮੰਗ ਹੈ। ਭਾਰਤ ਵਿੱਚ ਜਿੱਥੇ ਕੇਂਦਰ ਸਰਕਾਰ ਦੇ ਅਧੀਨ ਹਸਪਤਾਲਾਂ ਵਿੱਚ ਇੱਕ MBBS ਡਾਕਟਰ ਦੀ ਸ਼ੁਰੂਆਤੀ ਤਨਖਾਹ 1 ਤੋਂ ਲੈ ਕੇ 1,25,000 ਰੁਪਏ ਮਹੀਨਾ ਹੈ, ਉੱਥੇ ਭਾਰਤੀ ਨਰਸਾਂ ਦੀ ਵਿਦੇਸ਼ਾਂ ਵਿੱਚ ਜਾ ਕੇ ਇਸ ਤੋਂ ਕਿਤੇ ਵੱਧ ਕਮਾਈ ਹੈ। ਭਾਰਤ ਵਿੱਚ ਨਰਸਾਂ ਦੀ ਤਨਖਾਹ 15,000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਦਿੱਲੀ ਦੇ ਇੱਕ ਨਾਮਵਰ ਪ੍ਰਾਈਵੇਟ ਹਸਪੀਟਲ ਵਿੱਚ ਕੰਮ ਕਰ ਰਹੇ ਇੱਕ ਸਟਾਫ ਨਰਸ ਨੇ ਦੱਸਿਆ ਸੀਗਾ ਕਿ ਨਰਸਿੰਗ ਵਿੱਚ ਸ਼ਿਫਟ ਦੀ ਨੌਕਰੀ ਹੈ। ਸਵੇਰ ਦੀ ਸ਼ਿਫਟ ਸਵੇਰੇ 7 ਵਜੇ ਤੋਂ 4 ਵਜੇ, ਸ਼ਾਮ ਦੀ ਸ਼ਿਫਟ ਦੁਪਹਿਰ 2 ਵਜੇ ਤੋਂ ਰਾਤ 10 ਵਜੇ ਤੱਕ ਅਤੇ ਰਾਤ ਦੀ ਸ਼ਿਫਟ ਸਵੇਰੇ 9 ਵਜੇ ਤੋਂ 8 ਵਜੇ ਤੱਕ ਹੁੰਦੀ ਹੈ। ਔਰ ਇੰਨਾ ਸਾਰਾ ਕੰਮ ਕਰਨ ਦੇ ਬਾਵਜੂਦ ਵੀ ਇੰਨੀ ਜ਼ਿਆਦਾ ਤਨਖਾਹ ਨਹੀਂ ਮਿਲਦੀ, ਜਦਕਿ ਵਿਦੇਸ਼ਾਂ ਦੇ ਵਿੱਚ ਜਿੱਥੇ ਹੜਤਾਲਾਂ ਹੋ ਰਹੀਆਂ ਨੇ ਉੱਥੇ ਕਈ ਗੁਣਾ ਜ਼ਿਆਦਾ ਤਨਖਾਹ ਹੈ ਭਾਰਤ ਦੀਆਂ ਨਰਸਾਂ ਨਾਲੋਂ। रूस के राष्ट्रपति व्लादिमीर पुतिन ने बुधवार को कहा कि असीं पश्चिमी समर्थित यूक्रेन में अपनी फौजी समर्था नूं होर विकसित करांगे। उन्होंने कहा कि वो अपने परमाणु हथियारों की लड़ाई की तैयारी नूं वधाएगा। पुतिन ने अपने देश के उच्च अधिकारियों नाल एक वर्चुअल मीटिंग दौरान कहा,
ਹਥਿਆਰ ਬਲਾਂ ਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਦੀ ਲੜਾਕੂ ਸਮਰੱਥਾ ਲਗਾਤਾਰ ਅਤੇ ਹਰ ਦਿਨ ਵਧ ਰਹੀ ਹੈ ਅਤੇ ਬੇਸ਼ੱਕ ਅਸੀਂ ਇਸ ਪ੍ਰਕਿਰਿਆ ਨੂੰ ਅੱਗੇ ਵਧਾਵਾਂਗੇ। ਪੁਤਿਨ ਨੇ ਰੂਸੀ ਰੱਖਿਆ ਮੰਤਰਾਲਾ ਦੇ ਬੋਰਡ ਦੀ ਇੱਕ ਵਿਸਤ੍ਰਿਤ ਮੀਟਿੰਗ ਵਿੱਚ ਕਿਹਾ, ਅੱਜ ਸਾਡਾ ਟੀਚਾ ਹਥਿਆਰਬੰਦ ਬਲਾਂ ਦੇ ਗੁਣਾਤਮਕ ਨਵੀਨੀਕਰਨ ਅਤੇ ਸੁਧਾਰ ਨੂੰ ਪ੍ਰਾਪਤ ਕਰਨ ਦੇ ਲਈ ਜ਼ਰੂਰੀ ਉਪਾਵਾਂ ਦੀ ਪੂਰੀ ਸ਼੍ਰੇਣੀ ਨੂੰ ਲਾਗੂ ਕਰਨਾ ਹੈ। ਉਸਨੇ ਫੌਜ ਨੂੰ ਪਰਮਾਣੂ ਯੁੱਧ ਦੀ ਤਿਆਰੀ ਨੂੰ ਕਾਇਮ ਰੱਖਣ ਅਤੇ ਵਿਕਸਿਤ ਕਰਨ ਦਾ ਹੁਕਮ ਦਿੱਤਾ। ਰੂਸੀ ਰਾਸ਼ਟਰਪਤੀ ਨੇ ਨਵੀਂ ਜ਼ਿਰਕੋਨ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਦਾ ਵੀ ਜ਼ਿਕਰ ਕੀਤਾ, ਜਿਸ ਦੀ ਰੂਸੀ ਫੌਜ ਜਨਵਰੀ ਤੋਂ ਵਰਤੋਂ ਕਰ ਸਕੇਗੀ। ਪੁਤਿਨ ਨੇ ਕਿਹਾ ਹੈ ਕਿ ਜਨਵਰੀ ਦੇ ਸ਼ੁਰੂ ਵਿੱਚ ਐਡਮਿਰਲ ਗੋਸ਼ਕੋਵ ਫੀਗਰੇਟ ਨਵੀਂ ਜ਼ਿਰਕੋਨ ਹਾਈਪਰਸੋਨਿਕ ਮਿਜ਼ਾਈਲ ਨਾਲ ਲੈਸ ਹੋ ਜਾਏਗਾ, ਜਿਸ ਦਾ ਦੁਨੀਆ ਵਿੱਚ ਕੋਈ ਸਮਾਨਤਾ ਨਹੀਂ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।